ਦੇਖੋ ਇਹ ਭਾਰਤ ਸਰਕਾਰ ਵੱਲੋਂ ਬਹੁਤ ਵੱਡਾ ਕਦਮ ਹੈਗਾ ਕਿ ਜਿਹੜੇ ਸਾਡੇ ਛਾਤਰਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਪੇਪਰ ਲੀਕ ਹੋ ਜਾਂਦੇ ਨੇ ਔਰ ਸਾਰਾ ਕੁਝ ਹੁੰਦਾ ਹੈਗਾ। ਉਹਦੇ ਸੁਧਾਰ ਲਿਆਉਣ ਦੇ ਵਿੱਚ ਜਿਹੜਾ ਪਬਲਿਕ ਐਗਜ਼ਾਮੀਨੇਸ਼ਨ ਦਾ ਬਿੱਲ ਸੀ ਉਹ ਪਾਸ ਹੋਇਆ ਹੈਗਾ। ਉਹਦੇ ਵਿੱਚੋਂ ਦੋ ਪੱਖੀ ਕੰਮ ਕੀਤੇ ਨੇ ਸਰਕਾਰ ਨੇ ਸਾਡੀ। ਪਹਿਲਾ ਪੱਖ ਹੈ ਕਿ ਕਾਨੂੰਨੀ ਪ੍ਰਾਵਧਾਨ ਨੂੰ ਸਖਤ ਬਣਾਉਣਾ, ਜਿਵੇਂ ਕਿ ਪਹਿਲਾਂ ਕੋਈ ਆਰਗੇਨਾਈਜ਼ਡ ਕ੍ਰਾਈਮ ਕਰਦਾ ਸੀ ਤੇ 1 ਕਰੋੜ ਦੀ ਪੈਨਲਟੀ ਸੀ, ਉਹ 10 ਕਰੋੜ ਦੀ ਹੋ ਗਈ। ਸਜ਼ਾ 5 ਸਾਲ ਦੀ ਸੀ, ਉਹ ਵੱਧ ਕੇ 10 ਸਾਲ ਦੀ ਕਰਤੀ ਹੈਗੀ। ਤੇ ਇਸ ਤਰੀਕੇ ਦੇ ਸਖਤ ਪ੍ਰਾਵਧਾਨ ਲਿਆਏ ਨੇ। ਪਰ ਉਸ ਤੋਂ ਵੀ ਜਿਹੜੀ ਵੱਡੀ ਗੱਲ ਹੈ ਉਹ ਸ਼ਾਇਦ ਹਿੰਦੁਸਤਾਨ ਦੇ ਕਿਸੇ ਵੀ ਲਾਅ ਦੇ ਵਿੱਚ ਹਲੇ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀ ਹੈਗੀ ਕਿ ਇਹਨੂੰ ਟਾਈਮ ਬਾਉਂਡ ਮੈਨਰ ਦੇ ਵਿੱਚ ਕਾਰਵਾਈ ਕਰਨਾ। ਜਿਵੇਂ ਕਿ ਜੇ ਕੋਈ ਇਦਾਂ ਦਾ ਕੇਸ ਫੜਿਆ ਜਾਂਦਾ ਹੈ ਤੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨਿਯੁਕਤ ਹੋਏਗਾ ਔਰ 3 ਮਹੀਨੇ ਦੇ ਅੰਦਰ ਉਹਦੀ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਹੋਏਗੀ। ਇਹ ਨਹੀਂ ਕਿ ਸਾਲੋਂ ਸਾਲ ਅਟਕਦੀ ਰਹੇ। ਪਹਿਲੀ ਵੱਡੀ ਗੱਲ ਇਹ ਹੋਈ ਹੈ ਉਹਦੇ ਵਿੱਚ। ਦੂਜੀ ਵੱਡੀ ਗੱਲ ਹੈ ਕਿ ਸਪੈਸ਼ਲ ਫਾਸਟ ਟਰੈਕ ਕੋਰਟ ਬਣਨਗੀਆਂ ਤੇ ਉਹ ਵੀ 3 ਮਹੀਨੇ ਦੇ ਵਿੱਚ ਚਾਰਜ ਸ਼ੀਟ ਫਾਈਲ ਕਰਨ ਤੋਂ ਬਾਅਦ ਆਪਣਾ ਫੈਸਲਾ ਦੇਣਗੀਆਂ। ਮਤਲਬ 6 ਮਹੀਨੇ ਦੇ ਅੰਦਰ ਮੁਲਜ਼ਮਾਂ ਨੂੰ ਸਜ਼ਾ ਮਿਲ ਜਾਏਗੀ ਔਰ ਜਦੋਂ ਉਹਨੇ ਅਪੀਲ ਵੀ ਕਰਨੀ ਹੈ ਤੇ ਹਾਈ ਕੋਰਟ ਦੇ ਡਬਲ ਬੈਂਚ ਕੋਲ ਜਾਏਗੀ। ਤੇ ਇਸ ਤਰੀਕੇ ਨਾਲ ਇਹ ਡਰਾਫਟ ਕੀਤਾ ਗਿਆ ਕਿ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ 'ਚ ਕੋਈ ਵੀ ਜ਼ਰੂਰਤ ਨਹੀਂ ਕਰੇਗਾ ਔਰ ਕੋਈ ਜ਼ਰੂਰਤ ਕਰੇਗਾ ਤੇ ਉਹ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਪਾਏਗਾ। ਸਰ ਇੱਕ ਵੰਦੇ ਮਾਤਰਮ ਬਿੱਲ ਰਾਜ ਸਭਾ 'ਚ ਪਾਸ ਹੋਇਆ, ਤੁਸੀਂ ਉਹਦੀ ਬੜੀ ਪ੍ਰਸ਼ੰਸਾ ਕੀਤੀ ਉਹਦੇ ਬਾਰੇ ਹਾਂ, ਰਾਜ ਸਭਾ 'ਚ ਅੱਜ ਬਿੱਲ ਪਾਸ ਹੋਇਆ ਜਿਹਨੂੰ ਆਪਾਂ ਟੈਕਨੀਕਲੀ ਕਹਿੰਦੇ ਆ ਕਿ ਪ੍ਰੀਵੈਂਸ਼ਨ ਆਫ ਇਨਸਲਟ ਟੂ ਅੱਜ ਰਾਜ ਸਭਾ ਦੇ ਵਿੱਚ ਪ੍ਰੀਵੈਂਸ਼ਨ ਟੂ ਇਨਸਲਟ ਟੂ ਨੈਸ਼ਨਲ ਓਨਰ ਅਮੈਂਡਮੈਂਟ ਬਿੱਲ 2026 ਪਾਸ ਹੋਇਆ ਹੈਗਾ। ਉਹਦੇ ਵਿੱਚ ਬੀਜੇਪੀ ਵੱਲੋਂ ਮੈਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਮਿਲਿਆ ਹੈਗਾ ਤੇ ਮੈਂ ਉਹ 4 ਬਿੰਦੂਆਂ ਤੇ ਆਪਣਾ ਪੱਖ ਰੱਖਿਆ। ਪਹਿਲਾ ਇਹ ਕਿ ਜਿਸ ਵੇਲੇ ਬਿੱਲ ਇੰਟਰੋਡਿਊਸ ਕੀਤਾ ਜਾ ਰਿਹਾ ਸੀ ਤੇ ਸਾਡੇ ਵਿਪਕਸ਼ ਦੇ ਕੁਝ ਸਾਥੀਆਂ ਨੇ ਇਤਰਾਜ਼ ਕੀਤਾ ਵੀ ਇੰਟਰੋਡਕਸ਼ਨ ਤੇ ਕਾਹਦਾ ਇਤਰਾਜ਼, ਤੁਸੀਂ ਮੈਰਿਟ ਤੇ ਲੜੋ ਆ ਕੇ। ਅੱਛਾ, ਇਹ ਸਾਥੀ ਉਸ ਸਟੇਟ ਤੋਂ ਆਉਂਦੇ ਨੇ ਜਿੱਥੇ ਦੀ ਧਰਤੀ ਨੇ ਮਹਾਨ ਨਾਇਕ ਸ਼੍ਰੀ ਬੰਕਿਮ ਚੰਦਰ ਚਟੋਪਾਧਿਆਏ ਜੀ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਇੱਕ ਗੀਤ ਦੀ ਰਚਨਾ ਕੀਤੀ, ਵੰਦੇ ਮਾਤਰਮ ਦੀ ਰਚਨਾ ਕੀਤੀ ਤੇ ਇਹਨਾਂ ਨੇ 34 ਸਾਲ ਉੱਥੇ ਸ਼ਾਸਨ ਕੀਤਾ। ਮਤਲਬ ਤੁਸੀਂ ਆਪਣੀ ਮਹਾਨ ਪੁਰਖਾਂ ਨੂੰ ਧਰੋਹਰ ਨੂੰ ਇਗਨੋਰ ਕਰ ਰਹੇ ਹੋ। ਸ਼ਾਇਦ ਇਹੀ ਕਾਰਨ ਹੈ ਕਿ ਬੰਗਾਲ ਦੀ ਜਨਤਾ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ, ਕਿਉਂਕਿ ਇਹ ਜਨਤਾ ਦੀ ਵਿਰਾਸਤ ਤੋਂ ਦੂਰ ਗਏ, ਜਨਤਾ ਨੇ ਇਹਨਾਂ ਨੂੰ ਦੂਰ ਕਰ ਲਿਆ। ਇਹ ਗੱਲ ਸਮਝ ਨਹੀਂ ਆਈ ਸਾਨੂੰ ਕਿਉਂ ਕੀਤਾ ਜਾਇਆ ਉਹਨਾਂ ਨੇ। ਦੂਜਾ ਜਿਹੜਾ ਕੋਈ ਵੀ ਦੇਸ਼ ਹੁੰਦਾ ਆਪਣਾ ਜੀ, ਉਹਦੇ ਵਿੱਚ ਨੈਸ਼ਨਲ ਪ੍ਰਤੀਕ ਜਿਵੇਂ ਰਾਸ਼ਟਰਗਾਨ ਹੋ ਗਿਆ, ਰਾਸ਼ਟਰੀ ਗੀਤ ਹੋ ਗਿਆ, ਝੰਡਾ ਹੋ ਗਿਆ, ਕਨਸਟੀਟਿਊਸ਼ਨ ਹੋ ਗਿਆ, ਇਹ ਲੋਕਾਂ ਨੂੰ ਬੰਦੇ ਹੈਗੇ ਨੇ, ਲੋਕਾਂ ਦੀ ਆਤਮਾ ਹੁੰਦੀ ਹੈ, ਦੇਸ਼ ਦੀ ਆਤਮਾ ਹੁੰਦੀ ਹੈਗੀ ਔਰ 140 ਕਰੋੜ ਭਾਰਤੀਆਂ ਨੂੰ ਇਹ ਬੰਦੇ ਹੈਗੇ ਨੇ, ਇਕੱਠਾ ਕਰਦੇ ਹੈਗੇ ਨੇ। ਇਹਦੇ ਨਾਲ ਜਿਸ ਵੇਲੇ ਆਜ਼ਾਦੀ ਦੀ ਲਹਿਰ ਸੀ, ਇਹ ਉਹ ਗੀਤ ਸੀ ਜਿਹਨੇ ਲੋਕਾਂ ਨੂੰ ਸ਼ਬਦ ਦਿੱਤੇ, ਲੋਕਾਂ ਦੀ ਭਾਵਨਾਵਾਂ ਨੂੰ ਸ਼ਬਦ ਦਿੱਤੇ, ਲੋਕਾਂ ਦੀ ਆਜ਼ਾਦੀ ਦੀ ਭਾਵਨਾ ਇਹਦੇ ਗੀਤ ਦੇ ਮਾਧਿਅਮ ਤੋਂ ਬਾਹਰ ਨਿਕਲ ਕੇ ਆਈ। ਇਹ ਗੀਤ ਬੰਗਾਲ 'ਚ ਲਿਖਿਆ ਗਿਆ, ਲੇਕਿਨ ਪੰਜਾਬ 'ਚ ਜਿਸ ਵੇਲੇ ਭਗਤ ਸਿੰਘ ਜੀ, ਸੁਖਦੇਵ ਜੀ, ਰਾਜਗੁਰੂ ਜੀ ਫਾਂਸੀ ਚੜੇ, ਹੱਸਦੇ ਹੱਸਦੇ ਉਹਨਾਂ ਦੇ ਕੰਠ ਤੋਂ ਕੀ ਸ਼ਬਦ ਨਿਕਲੇ? ਵੰਦੇ ਮਾਤਰਮ, ਵੰਦੇ ਮਾਤਰਮ। ਇਹ ਵੰਦੇ ਮਾਤਰਮ ਦੀ ਮਹੱਤਤਾ ਹੈਗੀ। ਦੇਸ਼ ਦੇ ਕੋਨੇ-ਕੋਨੇ 'ਚ ਇੱਕੋ ਆਵਾਜ਼ ਆਉਂਦੀ ਸੀ, ਵੰਦੇ ਮਾਤਰਮ। ਆਪਾਂ ਜੇ ਉਹਦਾ ਕੋਈ ਇਨਸਲਟ ਕਰੇ, ਉਹਨੂੰ ਰੋਕਣ ਲਈ ਕੋਈ ਪ੍ਰਾਵਧਾਨ ਸਰਕਾਰ ਲਿਆ ਰਹੀ ਹੈ, ਉਹਦਾ ਆਪਾਂ ਵਿਰੋਧ ਕਰ ਰਹੇ ਹਾਂ। ਕੋਈ ਗੱਲ ਸਮਝ ਆਉਂਦੀ ਹੈ? ਨਹੀਂ। ਤੀਜਾ ਪੁਆਇੰਟ ਆ ਜਾਂਦਾ ਹੈਗਾ ਕਿ ਵਿਪਕਸ਼ ਨੇ ਕੀ ਕੀਤਾ, ਜੋ ਅੱਜ ਵਿਪਕਸ਼ ਬੈਠਾ ਹੈਗਾ। 1876 'ਚ ਗੀਤ ਲਿਖਿਆ ਗਿਆ, 1976 'ਚ ਇਹਦੇ 100 ਸਾਲ ਪੂਰੇ ਹੋਏ। ਉਸ ਵੇਲੇ ਉਹਨਾਂ ਦੀ ਸਰਕਾਰ ਸੀ, ਸਾਡੀ ਤੇ ਨਹੀਂ ਸੀ, ਪਰ ਇਹਨਾਂ ਨੇ ਕੋਈ ਸਮਾਰੋਹ ਨਹੀਂ ਕੀਤਾ, ਕੋਈ ਇਸ ਗੀਤ ਨੂੰ ਸਨਮਾਨ ਨਹੀਂ ਦਿੱਤਾ। ਐਮਰਜੈਂਸੀ ਥੋਪੀ ਹੋਈ ਸੀ, ਲੋਕਾਂ ਤੇ ਜਾਤੀਆਂ ਕਰੀ ਜਾ ਰਹੀ ਸੀ। 1896 'ਚ ਇਹ ਪਹਿਲੀ ਵਾਰ ਗਾਇਆ ਗਿਆ ਗੁਰੂਦੇਵ ਸ਼੍ਰੀ ਰਵਿੰਦਰਨਾਥ ਟੈਗੋਰ ਜੀ ਦੁਆਰਾ। 1996 'ਚ 100 ਵਰਸ਼ ਪੂਰੇ, ਫਿਰ ਉਹਨਾਂ ਦੀ ਸਰਕਾਰ, ਫਿਰ ਇਹਨਾਂ ਨੇ ਕੁਝ ਨਹੀਂ ਕੀਤਾ, ਕੋਈ ਮਾਨ ਸਨਮਾਨ ਨਹੀਂ, ਭੁੱਲੇ ਬੈਠੇ। 150 ਸਾਲ ਬਾਅਦ ਜਦ ਸਾਡੀ ਸਰਕਾਰ ਆਈ, ਬੀਜੇਪੀ ਦੀ ਸਰਕਾਰ ਆਈ, ਤੇ ਮਾਨਯੋਗ ਪ੍ਰਧਾਨ ਮੰਤਰੀ ਨੇ ਇਹਨੂੰ ਪੂਰੇ
ਜੋਸ਼ ਨਾਲ, ਪੂਰੇ ਉਤਸ਼ਾਹ ਨਾਲ, ਪੂਰੀ ਦੇਸ਼ ਦੀ ਭਾਵਨਾ ਨਾਲ ਇਹਨੂੰ ਦੁਬਾਰਾ ਜੀਵਿਤ ਕੀਤਾ। ਪੂਰੇ ਦੇਸ਼ 'ਚ ਗਾਇਆ ਗਿਆ, ਸਮਾਰੋਹ ਕੀਤੇ ਗਏ, ਪਾਰਲੀਮੈਂਟ 'ਚ ਸਮਾਰੋਹ ਕੀਤੇ ਗਏ, ਦੁਨੀਆ ਦੇ ਵੱਖ-ਵੱਖ ਕੋਨਿਆਂ 'ਤੇ ਸਮਾਰੋਹ ਕੀਤੇ ਗਏ। ਇਹਨਾਂ ਨੂੰ ਤਾਂ ਯਾਦ ਨਹੀਂ ਆਇਆ। ਹੁਣ ਜਿਹੜਾ ਇਹ ਗੀਤ ਹੈ, ਆਉਣ ਵਾਲੇ ਟਾਈਮ 'ਚ ਜਿਹੜਾ ਅਸੀਂ ਵਿਕਸਿਤ ਭਾਰਤ ਬਣਾਉਣਾ, ਸਾਡੇ ਪ੍ਰਧਾਨ ਮੰਤਰੀ ਜੀ ਦਾ ਏਮ ਹੈਗਾ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ, ਉਹਦੇ ਲਈ ਮਾਰਗਦਰਸ਼ਕ ਬਣੇਗਾ। ਪਹਿਲਾ ਇਹ ਗੀਤ ਆਜ਼ਾਦੀ ਦਾ ਮਾਰਗਦਰਸ਼ਕ ਬਣਿਆ, ਹੁਣ ਇਹ ਗੀਤ ਵਿਕਸਿਤ ਭਾਰਤ ਦਾ ਮਾਰਗਦਰਸ਼ਕ ਬਣੇਗਾ। ਆਪਾਂ ਗੀਤ ਦੇ ਇੱਕ ਸ਼ਬਦ ਤੋਂ ਪ੍ਰੇਰਣਾ ਲੈਣੀ ਹੈਗੀ। ਸੁਲਝਾਓ, ਨਦੀਆਂ ਪਾਣੀ ਤੋਂ ਭਰੀਆਂ ਹੋਈਆਂ, ਦੇਸ਼ 'ਚ ਪਾਣੀ ਦੀ ਭਰਪੂਰ ਮਾਤਰਾ, ਆਪਾਂ ਟੂਟੀਆਂ ਨਾਲ ਲੋਕਾਂ ਨੂੰ ਪਾਣੀ ਪਹੁੰਚਾ ਰਹੇ ਹੈਗੇ। ਹੁਣ ਮੈਨੂੰ ਇਹ ਵੀ ਯਾਦ ਆਉਂਦਾ ਕਿ ਜਿਸ ਵੇਲੇ ਗੁਜਰਾਤ ਦੇ ਵਿੱਚ ਸਰਸਵਤੀ ਨਦੀ ਸੁੱਕ ਗਈ, ਉਹਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੇ ਨਰਮਦਾ परियोजना शुरू की ਤੇ ਇਸ ਨਦੀ ਦੇ ਵਿੱਚ ਪਾਣੀ ਪਾਇਆ। ਉਹ ਨਦੀ 'ਚ ਪਾਣੀ ਉੱਪਰ ਆ ਗਿਆ, ਕਿਸਾਨਾਂ ਨੂੰ ਵੀ ਮਿਲਿਆ, ਲੋਕਾਂ ਨੂੰ ਵੀ ਮਿਲਿਆ, ਬਿਮਾਰੀਆਂ ਵੀ ਦੂਰ ਹੋਈਆਂ। ਇਹ ਹੈ ਸਾਡੇ ਪ੍ਰਧਾਨ ਮੰਤਰੀ ਜੀ ਦਾ ਇਹ। ਫਿਰ ਇਹਦੇ ਬਾਕੀ ਆਪਾਂ ਸ਼ਬਦ ਜਿੰਨੇ ਵੀ ਲਈਏ ਉਹ ਸਾਰੇ ਪ੍ਰੇਰਨਾ ਦਿੰਦੇ ਨੇ। ਕੋਈ ਕਿਸਾਨਾਂ ਦੇ ਲਈ ਹੈਗਾ, ਕੋਈ ਪਰਿਵਰਤਨ ਲਈ ਹੈਗਾ। ਇੱਕ ਰੁੱਖ ਨਾ ਮਾਂ ਦੇ ਨਾਂ, ਉਹ ਵੀ ਮੋਦੀ ਜੀ ਨੇ ਸ਼ੁਰੂ ਕੀਤੀ ਕਿ ਅਸੀਂ ਹੁਣ ਇਸ ਗੀਤ ਤੋਂ ਪ੍ਰੇਰਨਾ ਲੈ ਕੇ ਵਿਕਸਿਤ ਭਾਰਤ ਬਣਾਉਣਾ ਹੈਗਾ, ਤਾਂ ਜੋ ਜਿਵੇਂ ਕਿ ਸਾਡੇ ਪੁਰਖਾਂ ਨੇ ਸਾਨੂੰ ਆਜ਼ਾਦੀ ਦਿੱਤੀ, ਮਤਲਬ ਸਾਨੂੰ ਆਜ਼ਾਦੀ ਧਰੋਹਰ 'ਚ ਮਿਲੀ, ਵਿਰਾਸਤ 'ਚ ਮਿਲੀ। ਤੇ ਹੁਣ ਸਾਡੀ ਵੀ ਡਿਊਟੀ ਹੈਗੀ ਜਿਹੜੀ ਆਉਣ ਵਾਲੀਆਂ ਨਵੀਂ ਜਨਰੇਸ਼ਨਸ ਨੇ ਉਹਨਾਂ ਨੂੰ ਵਿਕਸਿਤ ਭਾਰਤ ਅਸੀਂ ਧਰੋਹਰ 'ਚ ਵਿਰਾਸਤ ਦੇ ਵਿੱਚ ਦੇ ਕੇ ਜਾਈਏ। ਤੇ ਉਹਦੇ ਲਈ ਇੱਕੋ ਰਸਤਾ ਹੈਗਾ, ਵੰਦੇ ਮਾਤਰਮ ਦੇ ਇੱਕ ਇੱਕ ਸ਼ਬਦ ਨੂੰ ਆਪਣੇ ਜੀਵਨ 'ਚ ਉਤਾਰਨਾ ਔਰ ਇਹਨੂੰ ਭਾਰਤ ਨੂੰ ਵਿਕਸਿਤ ਭਾਰਤ। ਸਰ ਆਖਰੀ ਸਵਾਲ ਹੈ, ਰਾਹੁਲ ਗਾਂਧੀ ਜੀ ਨੇ ਆਪਣੇ ਦੌਰਾਨ ਪੀਰੀਅਡ ਸ਼ਬਦ ਦੀ ਜਿਹੜੀ ਵਰਤੋਂ ਕੀਤੀ ਹੈ, ਨਿੰਦਿਆ ਕੀਤੀ ਹੈ, ਜਿਹੜੀ ਕਾਫੀ ਚਰਚਾ ਚੱਲ ਰਹੀ ਹੈ। ਦੇਖੋ, ਕੋਈ ਵੀ ਇਨਸਾਨ ਹੋਵੇ, ਕੋਈ ਵੀ ਨੇਤਾ ਹੋਵੇ, ਕਿਸੇ ਲਈ ਵੀ ਅਪ ਸ਼ਬਦ ਇਸਤੇਮਾਲ ਕਰਨਾ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦਾ ਹੈਗਾ। ਉਹ ਤੇ ਨੇਤਾ ਪ੍ਰਤੀਪਕਸ਼ ਹੈਗੇ ਨੇ, ਜੇ ਉਹਨਾਂ ਨੇ ਇਹ ਸ਼ਬਦ ਕੀਤੇ, ਮੈਨੂੰ ਲੱਗਦਾ ਹੈ ਉਹਨਾਂ ਨੂੰ ਇਸ ਲਈ ਮਾਫੀ ਮੰਗਣੀ ਚਾਹੀਦੀ ਹੈਗੀ। ਔਰ ਇਸ 'ਚ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਕੋਈ ਸ਼ਰਮ ਜਾਂ ਗੁਰੇਜ਼ ਹੋਣਾ ਚਾਹੀਦਾ। ਜੇ ਗਲਤੀ ਕੀਤੀ ਤਾਂ ਮਾਫੀ ਮੰਗਣੀ ਚਾਹੀਦੀ।